ਚੈਪਟਰ ਦੀ 6.3 ਐਕਸਰਸਾਈਜ਼ ਕਰ ਰਹੇ ਹਾਂਗੇ ਵਰਗ ਤੇ ਵਰਗਮੂਲ ਵਾਲੇ ਚੈਪਟਰ ਦੀ। ਫਸਟ ਹੈ ਹੇਠਾਂ ਲਿਖੀਆਂ ਸੰਖਿਆਵਾਂ ਦੇ ਵਰਗਮੂਲ ਵਿੱਚ ਇਕਾਈ ਅੰਕ ਕੀ ਆ ਸਕਦਾ। ਆਪਾਂ ਨੇ ਜਿਹੜੀ ਸੰਖਿਆ ਦਿੱਤੀ ਹੋਈ ਹੈ ਇਹਦਾ ਵਰਗਮੂਲ ਕਰਨਾ ਹੈ ਤੇ ਇਹਦੇ ਆਨਸਰ ਦੇ ਵਿੱਚ ਇਕਾਈ ਦੇ ਸਥਾਨ 'ਤੇ ਕਿਹੜਾ ਅੰਕ ਆਊਗਾ ਉਹ ਦੱਸਣਾ ਹੈ। 98 ਇੱਕ ਆਪਣੀ ਸੰਖਿਆ ਜਦੋਂ ਰਾਜੇ ਵਰਗਮੂਲ ਕਰਦੇ ਆ ਤਾਂ ਆਪਾਂ ਇਸ ਮੈਥਡ ਦੇ ਰਾਹੀਂ ਕਰਦੇ ਹੁੰਦੇ ਹਾਂ। ਤਾਂ ਰਾਜੇ ਦੇਖੋ ਪਿਛਲਾ ਅੰਕ 1 ਹੈ ਨਾ, ਤਾਂ ਇਹ ਜਿਸਤ ਸੰਖਿਆ 'ਤੇ ਤਾਂ ਜਾਂਦਾ ਨਹੀਂ। ਜਿਸਤ ਸੰਖਿਆ 2 ਤੋਂ ਸ਼ੁਰੂ ਹੁੰਦੀਆਂ ਨੇ ਹੈ ਨਾ, 2 ਹੈ ਤਾਂ ਟਾਂਕ ਸੰਖਿਆ 1 ਤੋਂ ਸ਼ੁਰੂ ਹੁੰਦੀ ਹੈ। 3 ਤਾਂ ਹੁਣ 1 ਹੈਗਾ, ਜਦੋਂ ਇਹਨੂੰ 3 'ਤੇ ਵੰਡ ਇਹ ਸੰਖਿਆ ਨੂੰ 3 'ਤੇ ਵੰਡ ਕਰਕੇ ਦੇਖਾਂਗੇ ਤਾਂ n ਆ ਜਾਊ। ਜਦੋਂ ਇਹਨੂੰ 3 'ਤੇ ਵੰਡ ਕਰਾਂਗੇ n ਆ ਜਾਊ, ਫਿਰ 3 'ਤੇ ਵੰਡ ਕਰਨ 'ਤੇ n ਆ ਜਾਊਗਾ, 3 'ਤੇ ਵੰਡ ਕਰਨ 'ਤੇ n ਆ ਜਾਊ। ਫਿਰ ਰਾਜੇ ਜਦੋਂ 121 ਆ ਜਾਊ ਤਾਂ ਇਹ 11 ਦੇ ਟੇਬਲ 'ਤੇ ਜਾਊ। 11 ਨੂੰ 11 ਨਾਲ ਕੀਤਾ 121 ਹੁੰਦਾ ਨਾ, ਤਾਂ 11 ਏਕਮ 11। ਤਾਂ ਰਾਜੇ ਦੇਖੋ ਜਦੋਂ ਆਪਾਂ ਨੇ ਵਰਗਮੂਲ ਕਰਦੇ ਹੁੰਦੇ ਆ ਤਾਂ ਵਰਗਮੂਲ 'ਚ 2 ਦੇ ਟੋਟੇ ਲੈਂਦੇ ਹੁੰਦੇ ਆ ਹੈ ਨਾ। ਜਿਹੜੇ ਅੰਕ 2 ਸੇਮ ਹੁਣ ਆਹ ਦੋਨੇ ਸੇਮ ਨਹੀਂ, ਆਹ ਦੋਨੇ ਸੇਮ ਨਹੀਂ, ਆਹ ਦੋਨੇ ਸੇਮ ਨਹੀਂ, ਇਹਨਾਂ ਦੋਨਾਂ 'ਚੋਂ 1 ਲੈ ਲਾਂਗੇ, ਇਹਨਾਂ ਦੋਨਾਂ 'ਚੋਂ 1 ਕਾਮਨ ਲੈ ਲਾਂਗੇ ਇਹਨਾਂ ਦੋਨਾਂ 'ਚੋਂ ਹੈ ਨਾ। ਤਾਂ 3 ਗੁਣਾ 11 ਆਪਣੇ ਕੋਲ ਇਹ ਆ ਗਿਆ। ਤਾਂ 3 3 9 11 ਨਾ ਆ 99 ਹੈ ਨਾ। ਤਾਂ ਆਪਾਂ ਨੇ ਇਕਾਈ ਦਾ ਅੰਕ ਦੱਸਣਾ। ਇਕਾਈ ਦਾ ਅੰਕ ਕਿੰਨਾ ਹੈ? ਇਕਾਈ ਦਹਾਈ ਹੈ। ਇਕਾਈ ਦਾ ਅੰਕ ਦੱਸਣਾ ਤਾਂ 9। ਤਾਂ ਆਪਾਂ ਕਿਵੇਂ ਲਿਖ ਸਕਦੇ ਹਾਂ? 9801 ਇਹਦੇ ਇੱਦਾਂ ਪਾ ਦਾਂਗੇ ਹੈ ਨਾ ਅੰਡਰਰੂਟ। ਤਾਂ ਜਿਹੜਾ ਇਹ ਹੈ ਰਾਜੇ ਸਕੇਅਰ ਦੇ ਬਰਾਬਰ ਹੁੰਦਾ ਹੈ ਨਾ। ਇਸੇ ਦਾ ਸਕੇਅਰ ਕੀਤਾ ਹੈ ਨਾ, ਮਤਲਬ ਇਹਦਾ ਵਰਗਮੂਲ ਕੀਤਾ। ਇਹ ਜਿਹੜਾ ਇਹ ਵਰਗਮੂਲ ਦਾ ਹੀ ਸਾਈਨ ਹੈ। ਜਦੋਂ ਇਹਨੂੰ ਇਹਦਾ ਕੀਤਾ ਤਾਂ ਇਹ ਕਹਿੰਦੇ ਇਸ ਦਾ ਕੀ ਹੈ? ਇਕਾਈ ਦਾ ਅੰਕ 9 ਹੈ। ਇਹ ਕੀ ਆਪਣਾ ਆਨਸਰ ਹੈ। ਇਸੇ ਤਰ੍ਹਾਂ ਰਾਜੇ ਤੁਸੀਂ ਆਪਣੇ ਆਪ ਕਰੋਗੇ। ਸੈਕਿੰਡ, ਬਿਨਾਂ ਗਣਨਾ ਕੀਤੇ ਹੇਠ ਉਹ ਸੰਖਿਆ ਦੱਸੋ ਜੋ ਪੂਰਨ ਵਰਗ ਨਹੀਂ ਹੋ ਸਕਦੀਆਂ। ਰਾਜੇ ਦੇਖੋ ਹੈ ਨਾ, ਇਹ ਮੈਂ ਤੁਹਾਨੂੰ ਪਿਛਲੀ ਐਕਸਰਸਾਈਜ਼ ਦੇ ਵਿੱਚ ਵੀ ਕਰਵਾਇਆ ਸੀਗਾ ਨਾ ਵੀ ਜੋ ਸੰਖਿਆ ਕਹਿੰਦੇ 2 3 7 ਜਾਂ 8 ਤੋਂ ਖਤਮ ਹੁੰਦੀ ਹੈ ਉਹ ਕਦੇ ਵੀ ਪੂਰਨ ਵਰਗ ਨਹੀਂ ਹੁੰਦੀ। ਤਾਂ ਤੁਸੀਂ ਦੇਖ ਲਓ ਵੀ ਕਿਹੜੀ ਇਹਨਾਂ ਸੰਖਿਆਵਾਂ 'ਤੇ ਖਤਮ ਹੁੰਦੀ ਹੈਗੀ, ਕਿਹੜੀ ਨਹੀਂ ਹੁੰਦੀ। ਅੱਗੇ ਦੇਖੋ ਰਾਜੇ ਘਟਾਓ ਵਿਧੀ ਰਾਹੀਂ 100 ਅਤੇ 169 ਦਾ ਵਰਗਮੂਲ ਪਤਾ ਕਰੋ। ਘਟਾਓ ਵਿਧੀ ਰਾਹੀਂ ਕਰਨਾ ਤਾਂ ਆਪਾਂ ਨੇ ਜਿੰਨਾ ਟਾਈਮ 0 ਨਹੀਂ ਆਉਂਦੇ ਉਹਨਾਂ ਤੱਕ ਟਾਂਕ ਸੰਖਿਆਵਾਂ ਘਟਾਈ ਜਾਣੀਆਂ ਹੁੰਦੀਆਂ ਨੇ। ਆਪਣੇ ਕੋਲ ਫਸਟ ਕੀ ਹੈ? ਥਰਡ ਹੈ 100। ਮੈਂ ਤੁਹਾਨੂੰ 100 ਦਾ ਕਰਵਾਉਂਗੀ, 169 ਦਾ ਤੁਸੀਂ ਆਪਣੇ ਆਪ ਕਰੋਗੇ। 100 ਦਾ ਦੇਖੋ ਜਿਵੇਂ 100 ਦੇ ਵਿੱਚੋਂ 1 ਘਟਾਇਆ ਤਾਂ ਕਿੰਨਾ ਆ ਗਿਆ? 99। 99 ਦੇ ਵਿੱਚੋਂ 1 ਤੋਂ ਬਾਅਦ 3 ਆਉਂਦਾ, 3 ਘਟਾਇਆ ਤਾਂ ਕਿੰਨਾ ਆ ਗਿਆ? 96। 96 ਦੇ ਵਿੱਚੋਂ 5 ਘਟਾਏ 91। 91 ਦੇ ਵਿੱਚੋਂ 7 ਘਟਾਏ, 91 ਚੋਂ 7 ਮਾਈਨਸ ਕਰੇ 84। 84 ਚੋਂ 9 ਮਾਈਨਸ ਕਰੇ 75। ਅਤੇ ਰਾਜੇ ਹੁਣ ਆਪਾਂ ਨੇ 75 ਦੇ ਵਿੱਚੋਂ ਨਾ 9 ਤੋਂ ਬਾਅਦ 11 ਘਟਾਵਾਂਗੇ ਤਾਂ 64 ਆ ਜਾਊਗਾ। 64 ਦੇ ਵਿੱਚੋਂ 13 ਮਾਈਨਸ ਕਰੂੰਗੀ 11 ਤੋਂ ਬਾਅਦ 13 ਆ ਜਾਊਗਾ ਨਾ। ਤਾਂ 64 ਚੋਂ 13 ਮਾਈਨਸ ਕਰੇ 51। 51 ਦੇ ਵਿੱਚੋਂ 15 ਮਾਈਨਸ ਕਰੇ 36। 36 ਦੇ ਵਿੱਚੋਂ 17 ਮਾਈਨਸ ਕਰੇ 19। 19 ਦੇ ਵਿੱਚੋਂ 17 ਤੋਂ ਬਾਅਦ 19 ਆ ਜਾਊਗਾ ਤਾਂ 0। ਰਾਜੇ ਦੇਖੋ ਟਾਂਕ ਸੰਖਿਆਵਾਂ ਘਟਾਉਣੀਆਂ ਨੇ। 100 ਸੀਗੀ, 100 ਚੋਂ 1 ਘਟਾਇਆ 99 ਤਾਂ ਜਿੰਨਾ ਜੋ 3 ਟਾਂਕ ਸੰਖਿਆਵਾਂ ਘਟਾਈ ਜਾਣੀਆਂ ਨੇ। ਜਿੱਥੇ ਤੱਕ 0 ਨਹੀਂ ਆਉਂਦਾ ਉੱਥੇ ਤੱਕ ਸੋਲਵ ਕਰੀ ਜਾਣੇ। ਇਸੇ ਤਰ੍ਹਾਂ ਆਪਣੇ ਕੋਲ 169 ਦਿੱਤਾ ਹੋਇਆ ਇਹਦਾ ਤੁਸੀਂ ਕਰੋਗੇ, ਠੀਕ ਹੈ। ਅਤੇ ਹੁਣ ਰਾਜੇ ਇਹਦਾ ਆਪਾਂ ਨੇ ਦੇਖਾਂਗੇ ਤਾਂ 169 ਹੈ ਨਾ ਹੈ ਨਾ। ਜਿਵੇਂ ਇਹ ਕਿੰਨਾ ਸੀ 100 ਤਾਂ 100 ਹੈ। ਇਹਦਾ ਆਨਸਰ 10 ਕਿਵੇਂ ਆ ਗਿਆ? ਕਿਉਂਕਿ 10 10 100 ਹੁੰਦਾ ਨਾ, ਤਾਂ ਇਹਦਾ ਕਾਮਨ ਲੈਣੀ ਹੁੰਦੀ ਆ ਤਾਂ 10 ਕੀ ਆਨਸਰ ਆ ਜਾਊਗਾ। ਇਸੇ ਤਰ੍ਹਾਂ ਇਹਦਾ ਤੁਸੀਂ ਕਰੋਗੇ। ਅੱਗੇ ਅਭਾਜ ਗੁਣਨਖੰਡ ਵਿਧੀ ਰਾਹੀਂ ਹੇਠ ਲਿਖੀਆਂ ਸੰਖਿਆਵਾਂ ਦਾ ਵਰਗਮੂਲ ਪਤਾ ਕਰੋ। ਆਪਾਂ ਨੇ ਅਭਾਜ ਗੁਣਨਖੰਡ ਵਿਧੀ ਰਾਹੀਂ ਕਰਨਾ ਤਾਂ ਇਹ ਵਾਲਾ ਕੀ ਹੈ? ਇਹ ਵਾਲਾ ਮੈਥਡ ਲੱਗੂ ਪੌੜੀ ਵਾਲਾ। ਤਾਂ ਪਹਿਲੀ ਹੈ 729, ਫੋਰਥ ਦਾ ਫਸਟ ਹੈ 729। ਜੇ ਰਾਜੇ ਤੁਹਾਨੂੰ ਐਵੇਂ ਪਤਾ ਨਹੀਂ ਲੱਗਦਾ ਨਾ ਪਿੱਛੇ ਜਿਵੇਂ ਟਾਂਕ ਸੰਖਿਆ 9 ਹੈ ਨਾ, ਤਾਂ ਇਹ 3 ਦੇ ਟੇਬਲ 'ਚ ਆਉਂਦਾ ਤਾਂ ਤੁਸੀਂ ਡਿਵਾਈਡ ਕਰਕੇ ਦੇਖ ਲਿਆ ਕਰੋ। ਜਿਵੇਂ 3 ਦੂਣੀ 6, 4 ਤੀਏ 12, 3 ਤੀਏ 9 ਤਾਂ 243 ਆ ਗਿਆ 3 'ਤੇ ਜਾ ਕੇ। ਇੱਥੇ ਟੇਬਲ ਲਿਖਣਾ ਹੁੰਦਾ, ਜਿਹੜੇ ਟੇਬਲ 'ਤੇ ਗਿਆ ਇੱਥੇ ਜਿੰਨੇ 'ਤੇ ਜਾ ਅੱਗੇ ਹੈਗਾ ਜਿੰਨੇ 'ਤੇ ਜਾ ਕੇ ਇੰਨਾ ਆਉਂਦਾ। ਹੁਣ 3 'ਤੇ 8 ਤੀਆਂ 24, 1 ਤੇ 30। ਹੁਣ ਫਿਰ 3 'ਤੇ 3 ਦੂਣੀ 6, 7 ਤੀਆਂ 21, 3 'ਤੇ 9 ਤੀਆਂ 27, 3 ਤੀਏ 9, 3 ਏਕਮ 3। ਹੁਣ ਦੇਖੋ ਇਹਨਾਂ 2 ਚੋਂ 1 ਕਾਮਨ ਲੈ ਲਿਆ, ਇਹਨਾਂ 2 ਚੋਂ 1 ਲੈ ਲਿਆ, ਇਹਨਾਂ 2 ਚੋਂ 1, 3 ਨੇ ਨਾ 3 ਤੀਏ 9, 9 ਤੀਆਂ 27 ਤਾਂ 27 ਕੀ ਆਪਣਾ ਆਨਸਰ। ਇਸੇ ਤਰ੍ਹਾਂ ਰਾਜੇ ਤੁਸੀਂ ਆਪਣੇ ਆਪ ਕਰੋਗੇ। ਅੱਗੇ ਦੇਖੋ ਫਿਫਥ ਦੇ ਵਿੱਚ ਕੀ ਹੈਗਾ? ਹੇਠਾਂ ਲਿਖੀਆਂ ਸੰਖਿਆਵਾਂ ਵਿੱਚ ਹਰੇਕ ਦੇ ਲਈ ਉਹ ਸਭ ਤੋਂ ਛੋਟੀ ਪੂਰਨ ਸੰਖਿਆ ਪਤਾ ਕਰੋ ਜਿਸ ਨਾਲ ਇਸ ਸੰਖਿਆ ਨੂੰ ਗੁਣਾ ਕਰਨ 'ਤੇ ਇੱਕ ਪੂਰਨ ਸੰਖਿਆ ਬਣ ਜਾਵੇ। ਇਸ ਪੂਰਨ ਵਰਗ ਸੰਖਿਆ ਦਾ ਵਰਗਮੂਲ ਪਤਾ ਕਰੋ। ਆਪਾਂ ਨੇ
ਛੋਟੀ ਤੋਂ ਛੋਟੀ ਪੂਰਨ ਸੰਖਿਆ ਪਤਾ ਕਰਨੀ ਹੈ, ਜਿਸ ਨਾਲ ਕੀ ਹੈ ਇਹ ਸੰਖਿਆ ਨੂੰ ਗੁਣਾ ਕਰਨ 'ਤੇ ਪੂਰਨ ਵਰਗ ਬਣ ਜੇ। ਤਾਂ ਆਪਣੇ ਕੋਲ 252 ਦਿੱਤਾ ਹੋਇਆ ਨਾ, 5th ਦਾ ਫਸਟ ਹੈ 252। ਹੁਣ 252 ਨੂੰ ਕਰਕੇ ਦੇਖਦੇ ਹਾਂ ਆਪਾਂ। 2 ਤੇ ਹੈ ਨਾ, 2 ਤੇ ਜਾਊ, 1 ਦੂਣੀ 2 ਦੂਣੀ 4, 6 ਦੂਣੀ 12, 6 ਦੂਣੀ 12, 3 ਦੂਣੀ 6, ਤਾਂ 3 ਤੇ ਜਾਊ, 3 ਦੂਣੀ 6 30, 3 ਤੇ ਜਾ ਕੇ 7 30 21, 7 ਏਕਮ 7। ਹੁਣ ਵੈਸੇ ਦੇਖੋ ਇਹ ਵੀ 2 ਦਾ ਟੋਟਾ ਬਣਦਾ, ਇਹ ਵੀ ਇੱਕ ਕੋਮਨ ਲੈ ਲਾਂਗੇ ਅਤੇ ਜਿਹੜਾ 7 ਹੈ ਤਾਂ ਇਹ ਇਕੱਲਾ ਰਹਿੰਦਾ। ਤਾਂ ਆਪਾਂ ਨੂੰ ਹੁਣ ਕੀ ਹੈ ਪੂਰਨ ਵਰਗ ਬਣਾਉਣ ਦੇ ਲਈ 1 7 ਦੀ ਆਪਾਂ ਨੂੰ ਕੀ ਹੈ ਹੋਰ ਲੋੜ ਹੈ। ਤਾਂ ਆਪਾਂ ਫਿਰ ਕੀ ਕਰਾਂਗੇ, 1 7 ਦੀ ਲੋੜ ਹੈ ਨਾ, ਜਿਹੜੀ ਸੰਖਿਆ ਦੀ ਲੋੜ ਹੈ ਆਪਾਂ ਨੂੰ ਇੱਥੇ ਕੀ ਦੱਸਿਆ ਗਿਆ, ਕਹਿੰਦੇ ਗੁਣਾ ਕਰਨ 'ਤੇ ਹੈ ਨਾ। ਤਾਂ ਆਪਾਂ ਨੂੰ 1 7 ਦੀ ਲੋੜ ਹੈ, ਤਾਂ ਆਪਾਂ ਕੀ ਹੈਗਾ 1 7 ਦੇ ਨਾਲ ਕੀ ਕਰ ਦਾਂਗੇ, ਗੁਣਾ ਕਰ ਦਾਂਗੇ। ਇੱਥੇ ਆਪਾਂ ਨੂੰ ਹੈ ਨਾ ਗੁਣਾ ਦਿੱਤੀ ਹੋਈ ਹੈ, ਤਾਂ ਆਪਾਂ 1 7 ਹੋਰ ਚਾਹੀਦਾ ਆਪਾਂ ਨੂੰ ਹੈ ਨਾ ਵਰਗ ਬਣਾਉਣ ਦੇ ਲਈ। ਪੂਰਨ ਵਰਗ ਪੂਰਨ ਹੁੰਦੇ ਆ ਜਿਹੜੀ ਕੀ ਹੈ ਸਾਰੀ ਸੋਲਵ ਹੋ ਜੇ, ਟੋਟੇ ਬਣ ਜਾਣ ਉਹਦੇ ਹੈ ਨਾ। ਤਾਂ ਕੀ 1 7 ਦੀ ਲੋੜ ਹੈ, ਤਾਂ 252 ਨੂੰ ਆਪਾਂ ਕੀ ਹੈ 7 ਦੇ ਨਾਲ ਕੀ ਕਰਾਂਗੇ, ਗੁਣਾ ਕਰਾਂਗੇ। ਪੂਰਨ ਵਰਗ ਬਣਾਉਣ ਦੇ ਲਈ ਸਾਨੂੰ 252 ਨੂੰ 7 ਨਾਲ ਗੁਣਾ ਕਰਨੀ ਪਵੇਗੀ। ਇਹ ਤੁਸੀਂ ਲਿਖੋਗੇ 7 ਦੂਣੀ 14, 7 5 35 ਅਤੇ 1 36, 7 ਦੂਣੀ 14, 14 ਤੇ 3 17, 1764 ਬਣ ਗਿਆ। ਹੁਣ 1764 ਨੂੰ ਦੇਖੋ ਸੋਲਵ ਕਰਕੇ। 8 ਦੂਣੀ 16, 8 ਦੂਣੀ 16, 2 ਦੂਣੀ 4, 4 ਦੂਣੀ 8, 4 ਦੂਣੀ 8, 1 ਦੂਣੀ 2। ਹੁਣ ਆਪਣੇ ਕੋਲ ਇੰਨਾ ਆ ਗਿਆ। ਹੁਣ ਇਹ ਜਾਊਗਾ 3 ਤੇ 3 ਏਕਮ 3, 4 ਤੀਏ 12, 7 ਤੀਆਂ 21, ਤਾਂ 3 ਤੇ 4 ਤੀਏ 12, 9 ਤੀਆ 27, 7 7 49, 7 ਏਕਮ 7। ਤਾਂ ਰਾਜੇ ਦੇਖੋ ਇੱਕ ਇਹ ਬਣ ਗਿਆ, ਇਹ ਬਣ ਗਿਆ ਅਤੇ ਇਹ ਬਣ ਗਿਆ। ਹੁਣ ਪੂਰਨ ਵਰਗ ਸੰਖਿਆ ਬਣ ਗਈ ਨਾ, ਕਿਉਂਕਿ ਇਹਦੇ ਪੂਰੇ ਪੂਰੇ ਟੋਟੇ ਬਣ ਰਹੇ ਨੇ ਅਤੇ ਆਪਣੇ ਕੋਲ ਕੀ ਹੈ ਟੋਟੇ ਨੇ ਜਿਹੜੇ ਇਹ ਆ ਰਹੇ ਨੇਗੇ, ਇੱਕ ਇੱਕ ਕੋਮਨ ਲੈ ਰਹੇ ਹਾਂ। ਤਾਂ ਹੁਣ ਰਾਜੇ ਦੇਖੋ 2 ਗੁਣਾ 3 ਗੁਣਾ 7, 3 ਦੂਣੀ 6, 7 ਛਿਕ 42, ਇਹ ਆਪਣਾ ਆਨਸਰ ਆ ਗਿਆ। ਤਾਂ ਇਹਦਾ ਕੀ ਆ ਆਪਾਂ ਨੂੰ 7 ਨਾਲ ਕੀ ਆ ਗੁਣਾ ਕਰਨੀ ਪਊਗੀ। ਪਹਿਲਾਂ ਆਪਾਂ ਨੇ ਇਹਦੇ ਵਿੱਚ ਆਪਾਂ ਨੂੰ ਕੀ ਕਿਹਾ ਹੈਗਾ, ਗੁਣਾ ਕਰਨ 'ਤੇ ਪੂਰਨ ਸੰਖਿਆ ਬਣ ਜਾਵੇ ਹੈ ਨਾ। ਫਿਰ ਇਸ ਤੋਂ ਬਾਅਦ ਪੂਰਨ ਸੰਖਿਆ ਦਾ ਵਰਗਮੂਲ ਵੀ ਪਤਾ ਕਰਨਾ, ਤਾਂ ਕਰਕੇ ਵਰਗਮੂਲ ਪਤਾ ਕਰਨ ਦੇ ਲਈ ਆਪਾਂ ਨੂੰ ਇਹ ਕਰਨਾ ਪਿਆ।